ਕੀ ਆਂਦੇ ਨੇ ਚੌਧਰੀ ਬਰਾਦਰਾਂ? पंजाब से हफ्ता भाई इस वक्त एक प्रिडिक्शन चल रही है कि जी चौधरी साहिबान ਜਿਹੜੇ ਨੇ ਅਸੈਂਬਲੀ ਨੂੰ ਤੋੜ ਦੇਣਗੇ, ਲੇਕਿਨ ਉਹ ਨਹੀਂ ਤੋੜਨਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਸ ਤੋਂ ਬਾਅਦ ਅਗਰ ਉਹ 100 ਵੀ ਸੀਟਾਂ ਲੈ ਲੈਣ ਨਾ ਤੇ ਉਹ ਸੀਐਮ ਨਹੀਂ ਬਣ ਸਕਦੇ। ਜਿਹੜੀ ਸੀਟ ਤੇ ਅੱਜ ਆ ਕੇ ਬੈਠ ਗਏ ਨੇ ਨਾ, ਮੈਂ ਪਾਰਟੀ ਦੀ ਇਹਨੂੰ ਨਾਕਾਮੀ ਸਮਝਦਾ ਵਾਂ, ਲੇਕਿਨ ਕਿਉਂਕਿ ਹੁਣ ਕਾਇਦੀਨ ਮੁਹਤਰਮ ਜਿਹੜੇ ਨੇ ਉਹਨਾਂ ਦਾ ਫੈਸਲਾ ਹੈਗਾ ਤੇ ਉਹਨੂੰ ਸਰ ਤਸਲੀਮ ਕੰਮ ਵੀ ਕਰਨਾ ਬਣਦਾ ਹੈ। ਕੀ ਨਾਕਾਮੀ? ਕੀ ਨਾਕਾਮੀ ਇਹ ਹੈਗੀ ਹੈ ਕਿ ਜੀ ਜਿੱਥੇ 10 ਸੀਟਾਂ ਸਨ, ਅੱਜ ਉਹ ਤਕਰੀਬਨ 40 ਤੋਂ 50 ਸੀਟਾਂ ਦੇ ਦਾਅਵੇਦਾਰ ਨੇ ਇਸ ਵਕਤ, ਕਿਉਂਕਿ ਪੱਗ ਉਹਨਾਂ ਦੇ ਸਿਰ ਤੇ ਹੈਗੀ ਪੰਜਾਬ ਦੀ। ਸਿਰਫ ਇੱਕ ਡਿਸਟ੍ਰਿਕਟ ਦੇ ਵਿੱਚ 72 ਅਰਬ ਰੁਪਏ ਦੇ ਤਰੱਕੀਆਤੀ ਕੰਮ ਸ਼ੁਰੂ ਕੀਤੇ ਨੇ ਗੁਜਰਾਤ 'ਚ ਰੀਸੈਂਟਲੀ। ਤੁਸੀਂ ਤੌਂਸਾ 'ਚ ਕੰਮ ਹੁੰਦੇ ਦੇਖਿਆ ਸੀ? ਉਹਦੇ ਬਾਰੇ ਕੀ ਖਿਆਲ ਤੁਹਾਡਾ? ਅੱਜ ਦੀ ਤਾਰੀਖ ਦੇ ਵਿੱਚ ਤੇ ਉਹ ਸ਼ਰੀਫ ਫਰਿਸ਼ਤਾ ਲੱਗਦਾ ਹੈ ਜੀ। ਅੱਜ ਦੀ ਤਾਰੀਖ 'ਚ ਜੋ ਕੁਝ ਹੋ ਰਿਹਾ, ਸਾਡੀ ਪਾਰਟੀ ਦੇ ਕਿਸੇ ਬੰਦੇ ਦੀ ਇਸ ਵਕਤ ਕੋਈ ਪੁੱਛ ਪ੍ਰਤੀਤ ਉਸ ਤਰ੍ਹਾਂ ਦੀ ਨਹੀਂ ਹੋਣ ਰਹੀ। ਜਿੰਨਾ ਕੁ ਅਸੀਂ ਉਹਨਾਂ ਦਾ ਆਪਣੇ ਅਲਾਇੰਸਿਸ ਦਾ ਹਿੱਸਾ ਰੱਖਿਆ ਸੀ, ਉਹਨਾਂ ਨੂੰ ਟੇਕ ਕੇਅਰ ਕੀਤਾ ਗਿਆ ਸੀ, ਉਸ ਵਕਤ ਅਸੀਂ ਉਸ ਤਰ੍ਹਾਂ ਉਹਦੇ 'ਚ ਪਿੱਛੇ ਹਟੇ ਪਏ। ਤੁਸੀਂ ਅਸਲ ਵਿੱਚ ਮੰਗਦੇ ਹੋ ਚੋਪੜੀਆਂ ਤੇ ਨਾਲੇ ਦੋ ਹਾਲਾਤ ਤੁਹਾਡੇ ਸੰਜੇ ਉਹਦਾ ਵੋਟ ਤੋਂ ਨਾ ਲੱਭਦੇ ਤੇ ਅੱਜ ਅੱਧੇ ਤੋਂ ਜ਼ਿਆਦਾ ਤੁਸੀਂ ਜੇਲ੍ਹ 'ਚ ਹੋਣਾ ਸੀ। ਹਮਜ਼ਾ ਸ਼ਹਬਾਜ਼ ਤੁਹਾਡੇ ਨਾਲ ਉਹ ਸਲੂਕ ਕਰ ਰਿਹਾ ਹੋਣਾ ਸੀ, ਤੁਸੀਂ ਯਾਦ ਰੱਖਦੇ। ਲੇਕਿਨ ਸਾਡੀ ਚੁੱਕੀ ਟ੍ਰੈਜਡੀ ਹੈ ਕਿ ਅਸੀਂ ਹਰ ਸ਼ੈ ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰਨੇ ਔਰ ਆਪਣਾ ਡਿਵਾਈਨ ਰਾਈਟ ਸਮਝਦੇ ਹਾਂ ਕਿ ਅੱਲਾਹ ਵੱਲੋਂ ਅਸੀਂ ਤੇ ਆਈ ਜਿੱਤ ਕੇ। ਤੁਸੀਂ ਜਿੱਤੇ ਵੀ ਜਿਸ ਤਰੀਕੇ ਨਾਲ ਸੋ, ਤੁਹਾਨੂੰ ਨਹੀਂ ਪਤਾ ਕਿਵੇਂ ਤੁਸੀਂ ਇਲੈਕਸ਼ਨ ਜਿੱਤੇ ਸੋ। ਤੁਹਾਨੂੰ ਇਲੈਕਸ਼ਨ ਜਿਤਵਾਇਆ ਗਿਆ ਸੀ। ਪਹਿਲਿਆਂ ਨੂੰ ਇੰਜ ਜਿਤਵਾਇਆ ਜਾਂਦਾ ਸੀ, ਸਿਰਫ ਸਾਨੂੰ ਨਹੀਂ, ਐਵੇਂ ਹੁੰਦਾ ਸੀ, ਸਾਰਿਆਂ ਨੂੰ ਜਿਤਵਾਇਆ ਜਾਂਦਾ, ਐਵੇਂ ਹੁੰਦਾ ਸੀ। ਲੇਕਿਨ ਹੁਣ ਸੂਰਤ ਹਾਲ ਬਦਲ ਗਈ। ਅੱਲਾਹ ਨੇ ਤੁਹਾਡੇ ਤੇ ਇੰਨਾ ਕਰਮ ਕੀਤਾ ਹੈ ਕਿ ਤੁਹਾਨੂੰ ਹੈਰਾਨ ਵਾਲਾ ਵੀ ਢਿੱਲ ਲਾ ਲੈਂਦਾ। 20 ਚੋਂ ਫਿਰ ਵੀ ਉਹ ਮਰ ਕੇ 3 ਜਾਂ 4 ਸੀਟਾਂ ਕੱਢਦਾ, 16 ਸੀਟਾਂ ਮੁੜ ਤੁਹਾਡੇ ਕੋਲ। ਉਹਨਾਂ ਦਾ ਪਤਾ ਹੁੰਦਾ ਜੀ ਆਫਤਾਬ ਸਾਹਿਬ, ਇਹ ਸਾਡੇ ਮੁਖਾਲਫ ਨੇ, ਸਾਡੇ ਦੁਸ਼ਮਣ ਨੇ। ਅਸੀਂ ਅਗਰ ਇੱਕ ਸਾਨੂੰ ਮਾਰਨਗੇ 2 ਖਾ ਵੀ ਲਾਂਗੇ, ਲੇਕਿਨ ਜਿਹੜੇ ਤੁਹਾਡੀ ਆਪਣੀ ਸਫਾ ਦੇ ਵਿੱਚ ਦੋਸਤ ਹੁੰਦੇ ਨੇ ਨਾ, ਉਹਨਾਂ ਦੇ ਨਾਲ ਮੁਕਾਬਲਾ ਕਰਨਾ ਤੇ ਉਹਨਾਂ ਦੇ ਵਿੱਚ ਬੈਠ ਕੇ ਆਪਣੀ ਸਰਵਾਈਵਲ ਦੀ ਜੰਗ ਲੜਨਾ ਮੁਸ਼ਕਲ ਹੁੰਦਾ। ਸਾਹਮਣੇ ਆਪਣੀ ਰਾਏ ਜਿਹੜੇ ਇਲਹਾਕ ਹੁੰਦੇ ਨੇ ਨਾ, ਬੜੇ ਮਸਾਇਲ ਨੇ ਹੁੰਦੇ, ਬੜੇ ਮਸਾਇਲ। ਬਿਜ਼ਨਸ ਵਿੱਚ ਤੁਸੀਂ ਕਿਸੇ ਨੂੰ ਸ਼ਰੀਕ ਨਾ ਕਰਨਾ ਚਾਹੁੰਦੇ ਹੋ, ਤੁਹਾਡੀ ਮਜਬੂਰੀ ਬਣ ਜਾਏ ਕਿ ਜਿਸ ਦੁਕਾਨ 'ਤੇ ਤੁਸੀਂ ਬੈਠੇ ਜੇ ਉਹਦੀ ਮਲਕੀਅਤ ਜੀ, ਅਦਾਲਤ ਆਖੇ ਵੀ ਇਹਨੂੰ ਤੁਸੀਂ ਨਾਲ ਬਿਠਾਣਾ ਹੈ, ਤੁਸੀਂ ਮੰਨੋ ਜਾਂ ਨਾ ਮੰਨੋ, ਤੁਸੀਂ ਪਸੰਦ ਕਰੋ ਜਾਂ ਨਾ ਕਰੋ। ਜਾਓ ਜਨਰਲ ਫੈਜ਼ ਨੂੰ ਦਵਾਈ ਦਿਓ ਜਿਸ ਤੁਹਾਨੂੰ ਪਲੱਗ ਕੀਤਾ, ਜਾਂ ਜਨਰਲ ਬਾਜਵੇ ਨੇ। ਲੇਕਿਨ ਮੈਂ ਤਾਂ ਇਹ ਸਮਝਣਾ ਕਿ ਅੱਲਾਹ ਤਾਲਾ ਐਂ ਕਰਕੇ ਤੁਹਾਡੇ ਪੇਸ਼ੈਂਸ ਨੂੰ ਚੈੱਕ ਕਰਦਾ। ਔਰ ਅਗਰ ਤੇ ਟੌਪ ਤੇ ਵੇਖੋ, ਔਰ ਖਾਸ ਤੌਰ ਤੇ ਖਾਨ ਸਾਹਿਬ ਨੂੰ ਵੇਖੋ, ਖਾਨ ਸਾਹਿਬ ਤੇ ਬਿਲਕੁਲ ਕੁਰਬੋ ਜਵਾਰ 'ਚ ਵੇਖੋ, ਤੇ ਉਹ ਇਤਮਾਨਾਨ 'ਚ ਹੈਗੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੀ ਜਿਹੜੀ ਪੋਜੀਸ਼ਨ ਬਣ ਗਈ ਆਈ ਨਾ, ਉਹ ਤੁਹਾਡਾ ਡਿਪਟੀ ਸਪੀਕਰ ਗੱਦਾਰ ਨਿਕਲਿਆ ਜੀ, ਔਰ ਐਸਾ ਗੱਦਾਰ ਨਿਕਲਿਆ ਕਿ ਸ਼ਰਮ ਆਉਂਦੀ ਉਹਦਾ ਜ਼ਿਕਰ ਕਰਦੇ ਹੋਏ। ਮੈਨੂੰ ਤਾਂ ਇਸ ਲਈ ਵੀ ਆਉਂਦੀ ਕਿ ਮੇਰਾ ਗਵਾਂਢ ਹੈ, ਤੁਹਾਨੂੰ ਪਤਾ ਨਾਲ ਦਾ ਬੰਨਾ ਹੁੰਦਾ ਓਏ। ਇਹ ਗੱਲ ਮੈਨੂੰ ਹਮੇਸ਼ਾ ਹੀ ਯਾਦ ਰਹਿੰਦੀ, ਔਰ ਮੈਨੂੰ ਬੜਾ ਅਫਸੋਸ ਹੁੰਦਾ। ਮੈਂ ਕੱਲ ਪਰਸੋਂ ਵੀ ਜ਼ਿਕਰ ਕੀਤਾ ਸ਼ੋਅ 'ਚ ਹੁੰਦਾ, ਤੇ ਤੁਹਾਡੇ ਕਰੀਬੀ ਸਾਥੀ ਤੁਹਾਨੂੰ ਛੱਡ ਗਿਆ। ਉਸ ਦੌਰ 'ਚ, ਉਸ ਸਟੇਜ 'ਚ ਅੱਲਾਹ ਤਾਲਾ ਨੇ ਹੈਲਪ ਕੀਤੀ ਤੁਹਾਨੂੰ। ਔਰ ਉਹ ਵੇਖੋ, ਉਹ ਚੌਧਰੀ ਜਿਹੜੇ ਜ਼ਿੰਦਗੀ ਭਰ ਉਹਨਾਂ ਕਦੇ ਇੱਕ ਦੂਸਰੇ ਦੀ ਮੁਖਾਲਫਤ ਨਹੀਂ ਕੀਤੀ, ਇੱਕੋ ਪਾਸੇ ਮੂੰਹ ਕਰਕੇ ਨਮਾਜ਼ ਪੜ੍ਹੀ, ਭਾਵੇਂ ਉਹਨਾਂ ਨੂੰ ਪਤਾ ਕਿ ਅਸੀਂ ਗਲਤ ਪਾਸੇ ਖਲੋਤੇ ਹਾਂ। ਉਹ ਤਫਰਕਾ ਹੋ ਗਿਆ, ਅੱਧੇ ਹੀ ਨੂੰ ਟੁਰ ਗਿਆ, ਅੱਧੇ ਹੀ ਨੂੰ ਟੁਰ ਗਿਆ। ਇਹ ਮੁੜ ਵੀ ਖੜੋਤਾ ਰਿਹਾ ਤੁਹਾਡੇ ਨਾਲ। ਇਹ ਹੁੰਦਾ ਖੜੋਵਨ ਦਾ ਇਨਾਮ ਸੀ। ਫਿਰ ਉਸ ਬਾਂਹ ਵੀ ਤੁੜਵਾਈ ਹੋਈ, ਅਗਰ ਤੁਹਾਨੂੰ ਯਾਦ ਹੋਵੇ, ਉਸ ਮਾਰ ਵੀ ਖਾਧੀ ਹੋਈ। ਚੌਧਰੀ ਪਰਵੇਜ਼ ਇਲਾਈ ਨੇ ਕਦੇ ਕੈਮਰੇ ਦੇ ਅੱਗੇ ਬਾਂਹ ਨਹੀਂ ਸੀ ਕੀਤੀ, ਉਸ ਦੇ ਵਿਚਾਰਾ ਰੋਂਦਾ ਸੀ ਪਿਆ, ਹੱਥ ਚਾਹ ਕੇ ਦਵਾਈ ਕਰਦਾ ਸੀ ਪਿਆ, ਬਦਦਵਾਈ ਦਿੰਦਾ ਸੀ ਪਿਆ। ਤੇ ਹਰ ਇੱਕ ਆਪਦੀ ਫੀਸ ਅਦਾ ਕੀਤੀ ਹੈ, ਆਪਣੀ ਪੋਜੀਸ਼ਨ ਤੇ ਬੈਠਾ ਮੇਰੇ ਸਾਹਮਣੇ ਉਸ ਲਿਖ ਕੇ, ਚਲੋ ਫੜੋ ਭਾਈ ਜੀ, ਇਹ ਤੁਹਾਡਾ ਹੱਕ ਹੈ, ਇਹ ਤੁਹਾਡੀ ਅਮਾਨਤ ਹੈ, ਉਹ ਮੈਂ ਵਾਪਸ ਕਰ ਰਿਹਾ। ਹਾਊਐਵਰ ਇਹ ਫੈਸਲਾ ਗਲਤ ਹੈ। ਯਾਨੀ ਕਿ ਤੁਸੀਂ ਸਈਦ ਸਾਹਿਬ ਦੀ ਗੱਲ ਨੂੰ ਡਿਸਐਗਰੀ ਕਰ ਰਹੇ ਹੋ ਕਿ ਚੌਧਰੀ ਪਰਵੇਜ਼ ਇਲਾਈ ਨੂੰ ਅਗਰ ਕਿਹਾ ਜਾਵੇ ਖਾਨ ਸਾਹਿਬ ਵੱਲੋਂ ਕਿ ਤੁਸੀਂ ਅਸੈਂਬਲੀਆਂ ਤਹਿਲੀਲ ਕਰੋ ਤੇ ਉਹ ਕਰ ਦੇਣਗੇ, ਤੁਹਾਡਾ ਇਹ ਮੌਕਫ ਹੈ? ਚੌਧਰੀ ਪਰਵੇਜ਼ ਇਲਾਈ ਕਿਆਮਤ ਤੱਕ ਪੋਲਿਟਿਕਸ ਨਹੀਂ ਕਰ ਸਕੇਗਾ ਅਗਰ ਉਹ ਇਸ ਸਟੇਜ ਤੇ ਆ ਕੇ ਇਮਰਾਨ ਨਾਲ ਗੱਦਾਰੀ ਕਰੇਗਾ। ਲੇਕਿਨ ਉਹ ਆਖਰੀ ਲਮਹੇ ਤੱਕ, ਆਖਰੀ ਬੁਲਟ ਤੱਕ ਟਿਲ ਲਾਵੇਗਾ ਕਿ ਖਾਨ ਸਾਹਿਬ ਹੱਥ ਹੌਲਾ ਰੱਖੋ, ਇਹ ਸਿਰਫ ਮੇਰੀ ਚੀਫ ਮਿਨਿਸਟਰੀ ਦਾ ਸਵਾਲ ਨਹੀਂ ਹੈਗਾ, ਆਪਣੇ ਪੱਲੇ ਕੱਖ ਨਹੀਂ ਹੋਣਾ ਇੱਥੇ। ਆਪਾਂ ਜੋ ਕੁਝ ਹੈਗੇ ਆ ਪੰਜਾਬ ਹੁਕੂਮਤ ਦੀ ਵਜ੍ਹਾ ਨਾਲ ਹੈਗੇ ਆ। ਇਹ ਸਾਰੇ ਮਾਮਲਾਤ ਜਿਹੜੇ ਨੇ ਅਨਾਸਰੇ ਤਰਕੀਬੀ ਹੁੰਦੇ ਨੇ ਕਿਸੇ ਸ਼ਹਿਰ ਨੂੰ ਕਾਮਯਾਬ ਕਰਨ ਜਾਂ ਨਾਕਾਮ ਕਰਨ। ਤੁਹਾਡੀ ਲੌਂਗ ਮਾਰਚ ਚੱਲੀ, ਕਾਮਯਾਬ ਹੋਈ, ਉਹ ਸਲਾਮਤ ਰਹੀ। ਕਦੇ 5 ਮਈ ਵਾਲਾ ਵਾਕਿਆ ਦੁਬਾਰਾ ਹੋਇਆ? ਨਹੀਂ। ਇੱਕ ਵਾਰੀ ਮੈਨੂੰ ਦੱਸੋ, ਲਾਹੌਰ ਹੋਇਆ, ਬਾਹਰ ਹੋਇਆ,
ਤੁਹਾਡੇ ਤੇ ਗੋਲੀਆਂ ਚੱਲ ਗਈਆਂ, ਉਹ ਇੱਕ ਤਰ੍ਹਾਂ ਦੀ ਸਜ਼ਾ ਮੌਤ ਸੀ ਜਿਹੜੀ ਤੁਹਾਨੂੰ ਮਿਲ ਗਈ ਜੀ ਲੇਕਿਨ ਪੁਲਿਸ ਨੇ ਤੁਹਾਡੇ ਨਾਲ ਉਹ ਮਾਮਲਾਤ ਨਹੀਂ ਕੀਤੇ। ਉਸ ਦੀ ਵਜ੍ਹਾ ਕਿ ਅੱਲਾ ਨੇ ਤੁਹਾਨੂੰ ਪੰਜਾਬ ਦੀ ਪ੍ਰੋਟੈਕਸ਼ਨ ਦਿੱਤੀ ਹੋਈ ਹੈ। ਇਹ ਅੱਲਾ ਵੱਲੋਂ ਇੱਕ ਮਿਹਰਬਾਨੀ ਸੀ। ਇਹਨੂੰ ਡੰਗ ਟਪਾਓ ਸਮਝੋ ਕਿ ਥੋੜੀ ਦੇਰ ਲਈ ਅੱਲਾ ਨੇ ਤੁਹਾਡੇ ਤੇ ਕਰਮ ਕੀਤਾ। ਬਾਕੀ ਉਹਨਾਂ ਵੀ ਸਿਆਸਤ ਕਰਨੀ ਹੈ। ਅਗਰ ਉਹ 10 ਦੀਆਂ ਹੁਣ 30 ਸੀਟਾਂ 40 ਸੀਟਾਂ ਮੰਗਦੇ ਨੇ, ਤੁਸੀਂ 30 ਦੇ ਦੇਣਾ ਉਹਨਾਂ ਨੂੰ, ਤੁਸੀਂ ਉਹਨਾਂ ਨੂੰ 25 ਤੇ ਮਨਾ ਲੈਣਾ। ਲੇਕਿਨ ਇਹ ਆਖਣਾ ਕਿ ਜੀ ਇਹ ਹੁੰਦੇ ਕੌਣ ਨੇ ਜੀ, ਇਹ ਸਾਡੇ ਕੋਲੋਂ 10 ਤੋਂ ਵੱਧ, ਮੈਂ ਤਾਂ ਭਾਈਏ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ। ਇਹ ਇਹਨਾਂ ਦੀ ਸਿਆਸਤ, ਇਹ ਇਹਨਾਂ ਦਾ ਸਿਆਸੀ ਸ਼ਊਰ, ਔਰ ਇਹ ਮੱਤ ਦਿੰਦੇ ਨੇ ਫਿਰ ਜਾ ਕੇ ਆਪਦੇ ਕਪਤਾਨ ਨੂੰ ਕਿ ਭਾਈ ਜੀ ਤੁਸੀਂ ਐਵੇਂ ਇਹੋ ਕੁਛ ਚੌਰੀ ਫਵਾਦ ਕਰਦਾ ਹੀ, ਇਹੋ ਕੁਛ ਇਹੋ ਕੀ ਨਾ ਹੁੰਦਾ ਉਹ ਜਨਰਲ ਉਮਰ ਦਾ ਪੁੱਤਰ ਅਸਦ ਉਮਰ।